ਆਪਾਂ ਬੇਟਾ ਹਿਮਾਲਿਆਈ ਨਦੀ ਤੰਤਰ ਦੇ 3 ਹਿੱਸੇ ਕੀਤੇ, ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ, ਫਿਰ ਗੰਗਾ ਜਲ ਤੰਤਰ ਤੇ ਤੀਸਰਾ ਬ੍ਰਹਮਪੁੱਤਰ ਜਲ ਤੰਤਰ। ਹੁਣ ਵਾਰੀ ਹੈ ਪ੍ਰਾਇਦੀਪੀ ਜਲ ਤੰਤਰ ਦੀ, ਜਿਸ ਨੂੰ ਪੈਨਿਨਸੂਲਰ ਡਰੇਨੇਜ ਸਿਸਟਮ ਕਹਿੰਦੇ ਹਨ। ਜਿਵੇਂ ਕਿ ਆਪਾਂ ਪਹਿਲਾਂ ਚਰਚਾ ਕੀਤੀ ਸੀ ਬੇਟਾ ਕਿ ਪ੍ਰਾਇਦੀਪੀ ਨਦੀਆਂ ਮੌਸਮੀ ਨਦੀਆਂ ਹਨ। ਇਹਨਾਂ ਨਦੀਆਂ ਵਿੱਚ ਪਾਣੀ ਵਰਖਾ ਰੁੱਤ ਵਿੱਚ ਜ਼ਿਆਦਾ ਹੁੰਦਾ, ਜਦੋਂ ਮੀਂਹ ਜ਼ਿਆਦਾ ਹੋਣ ਉਦੋਂ ਪਾਣੀ ਜ਼ਿਆਦਾ ਹੁੰਦਾ, ਕਿਉਂਕਿ ਮੌਸਮੀ ਹੈ। ਜ਼ਿਆਦਾਤਰ ਦੱਖਣ ਭਾਰਤੀ ਪ੍ਰਾਇਦੀਪੀ ਨਦੀਆਂ ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਆਦਿ ਪੂਰਬ ਦਿਸ਼ਾ ਵੱਲ ਵਹਿੰਦੀਆਂ ਹਨ ਅਤੇ ਡੈਲਟੇ ਵੀ ਬਣਾਉਂਦੀਆਂ ਹਨ। ਨਰਮਦਾ ਤੇ ਤਾਪਤੀ, ਯਾਨੀ ਉਹ ਤਾਪੀ ਨਦੀ ਵੀ ਕਹਿੰਦੇ ਆ, ਇਹ ਪੱਛਮ ਦਿਸ਼ਾ ਵੱਲ ਵਗਦੀਆਂ ਹੋਈਆਂ ਐਸਚਰੀ ਬਣਾਉਂਦੀਆਂ ਹਨ। ਹੁਣ ਅੱਗੇ ਆਪਾਂ ਪ੍ਰਾਇਦੀਪੀ ਨਦੀਆਂ ਬਾਰੇ ਪੜਾਂਗੇ। ਸਭ ਤੋਂ ਪਹਿਲਾਂ ਨਦੀ ਮਹਾਨਦੀ ਆਉਂਦੀ ਹੈ। ਇਹ ਛੱਤੀਸਗੜ੍ਹ ਰਾਜ ਦੇ ਦੰਡਕਾਰण्य ਤੋਂ ਨਿਕਲਦੀ ਹੈ। ਇਸ ਦੀ ਲੰਬਾਈ 858 ਕਿਲੋਮੀਟਰ ਹੈ। ਮਹਾਨਦੀ 3 ਦਿਸ਼ਾਵਾਂ ਉੱਤਰ, ਪੱਛਮ ਤੇ ਦੱਖਣ ਵਾਲੇ ਪਾਸਿਓਂ ਪਹਾੜਾਂ ਨਾਲ ਘਿਰੀ ਹੋਈ ਕਰਕੇ ਕਈ ਸਹਾਇਕ ਨਦੀਆਂ ਇਸ ਵਿੱਚ ਆ ਕੇ ਮਿਲਦੀਆਂ ਹਨ। ਇਬ, ਸ਼ਿਵਨਾਥ, ਮੰਡ, ਉਂਗ ਆਦਿ ਇਸ ਦੀਆਂ ਸਹਾਇਕ ਨਦੀਆਂ ਹਨ। ਗੰਗਾ ਤੋਂ ਬਾਅਦ ਭਾਰਤ ਦੀ ਸਭ ਤੋਂ ਦੂਸਰੀ ਲੰਬੀ ਨਦੀ ਗੋਦਾਵਰੀ ਹੈ। ਇਸ ਨੂੰ ਬਿਰਧ ਗੰਗਾ ਜਾਂ ਦੱਖਣੀ ਗੰਗਾ ਵੀ ਕਿਹਾ ਜਾਂਦਾ ਹੈ। ਇੰਪੋਰਟੈਂਟ ਕੁਐਸਚਨ ਹੈ। ਗੋਦਾਵਰੀ ਨਦੀ ਮਹਾਰਾਸ਼ਟਰ ਵਿੱਚ ਬ੍ਰਹਮਗਿਰੀ ਦੀਆਂ ਪਹਾੜੀਆਂ ਵਿੱਚ ਨਾਸਿਕ ਤੇ ਤਰੰਬਕੇਸ਼ਵਰ ਤੋਂ ਨਿਕਲਦੀ ਹੈ। ਇਸ ਦੀ ਕੁੱਲ ਲੰਬਾਈ 1465 ਕਿਲੋਮੀਟਰ ਹੈ। ਪੇਨ ਗੰਗਾ, ਵੇਨ ਗੰਗਾ, ਵਰਧਾ, ਇੰਦਰਾਵਤੀ, ਸਾਬਰੀ, ਮੰਜਰਾ ਆਦਿ ਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ। ਕ੍ਰਿਸ਼ਨਾ ਨਦੀ ਪ੍ਰਾਇਦੀਪੀ ਨਦੀਆਂ ਵਿੱਚੋਂ ਦੂਸਰੀ ਸਭ ਤੋਂ ਲੰਮੀ ਨਦੀ ਹੈ। ਇਹ ਪੱਛਮੀ ਘਾਟ ਵਿੱਚ ਮਹਾਬਲੇਸ਼ਵਰ ਤੋਂ ਉਪਜਦੀ ਹੈ। ਇਸ ਦੀ ਕੁੱਲ ਲੰਬਾਈ 1400 ਕਿਲੋਮੀਟਰ ਹੈ। ਇਸ ਦੀਆਂ ਸਹਾਇਕ ਨਦੀਆਂ ਭੀਮਾ, ਡਿੰਡੀ, ਪਿਡਾਵਗੂ, ਮੂਸੀ, ਪਟੇਰੂ, ਮਨੇਰ, ਕੋਇਨਾ, ਪੰਚਗੰਗਾ, ਦੁੱਧ ਗੰਗਾ, ਘਾਟ ਪ੍ਰਭਾ, ਮਾਲਾ ਪ੍ਰਭਾ, ਤੁੰਗਭਦਰਾ ਆਦਿ ਹਨ। ਇਹ ਹੈ ਬੇਟੇ ਕਾਵੇਰੀ ਨਦੀ। ਇਹ ਕਰਨਾਟਕ ਦੇ ਕੋਡਗੂ ਜ਼ਿਲ੍ਹੇ ਵਿੱਚ ਪੱਛਮੀ ਘਾਟ ਵਿੱਚ ਤਾਲਕਾਵੇਰੀ ਤੋਂ ਜਨਮ ਲੈਂਦੀ ਹੈ। ਇਸ ਦੀ ਲੰਬਾਈ 800 ਕਿਲੋਮੀਟਰ ਹੈ। ਖੱਬੇ ਪਾਸਿਓਂ ਇਸ ਦੀਆਂ ਸਹਾਇਕ ਨਦੀਆਂ ਹਨ ਹਰੰਗੀ, ਹੇਮਾਵਤੀ, ਸ਼ਿਮਸ਼ਾ ਤੇ ਅਰਕਾਵਤੀ। ਸੱਜੇ ਪਾਸਿਓਂ ਲਕਸ਼ਮਣਾ, ਤੀਰਥਾ, ਕਾਬਿਨੀ, ਭਾਵਨੀ, ਨੋਯਾਲ, ਅਮਰਾਵਤੀ ਤੇ ਮੋਇਆਰ ਇਸ ਦੀਆਂ ਸਹਾਇਕ ਨਦੀਆਂ ਹਨ। ਇਹ ਹੈ ਬੇਟਾ ਨਰਮਦਾ ਨਦੀ। ਇਹ ਪੱਛਮ ਦਿਸ਼ਾ ਵੱਲ ਵਹਿਣ ਵਾਲੀ ਸਭ ਤੋਂ ਲੰਮੀ ਨਦੀ ਹੈ। ਇਹ ਮੱਧ ਪ੍ਰਦੇਸ਼ ਵਿੱਚ ਅਮਰਕੰਟਕ ਵਿੱਚ ਨਰਮਦਾ ਕੁੰਡ ਤੋਂ ਨਿਕਲਦੀ ਹੈ। ਆਪਣੇ ਆਰੰਭਕ ਸਥਾਨ ਤੋਂ ਲੈ ਕੇ ਖੰਭਾਤ ਦੀ ਖਾੜੀ ਤੱਕ ਇਸ ਦੀ ਲੰਬਾਈ 1312 ਕਿਲੋਮੀਟਰ ਹੈ। ਇਸ ਦਾ ਜਲ ਪ੍ਰਵਾਹ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਰਾਜਾਂ ਵਿੱਚ ਫੈਲਿਆ ਹੋਇਆ ਹੈ। ਮੱਧ ਪ੍ਰਦੇਸ਼ ਵਿੱਚ ਇਹ ਜਬਲਪੁਰ ਨੇੜੇ ਧੂਆਂਧਾਰ ਨਾਂ ਦਾ ਖੂਬਸੂਰਤ ਝਰਨਾ ਵੀ ਬਣਾਉਂਦੀ ਹੈ, ਜਿਸ ਨੂੰ ਇੰਗਲਿਸ਼ ਵਿੱਚ ਦ ਕਲਾਊਡ ਆਫ ਮਿਸਟ ਵੀ ਕਹਿੰਦੇ ਹਨ। ਇਸ ਦੀਆਂ ਸਹਾਇਕ ਨਦੀਆਂ ਹਨ ਖੱਬੇ ਪਾਸਿਓਂ ਬੁਰਨੇਰ, ਬੰਜਰ, ਸ਼ੇਰ, ਸ਼ੱਕਰ, ਦੂਧੀ, ਤਵਾ, ਗੰਜਲ ਰਿਵਰ, ਛੋਟਾ ਤਵਾ, ਕਾਵੇਰੀ, ਕੁੰਡੀ, ਗੋਈ, ਕਰਜਨ ਆਦਿ। ਅਤੇ ਸੱਜੇ ਪਾਸਿਓਂ ਇਸ ਦੀਆਂ ਸਹਾਇਕ ਨਦੀਆਂ ਹਨ ਹੀਰਾ, ਟੈਂਡਨੀ, ਚੋਰਾਲ, ਕੋਲਾਰ, ਮਾਨ, ਉਰੀ, ਹਟਨੀ
ਤੇ ओरसांग आदि। ये है बेटा ताप्ती नदी, इसनों तापी भी कहा जाता है। ताप्ती नदी मध्य प्रदेश विच बैतूल जिले के मूलताई नामक स्थान तो निकलती है। ताप्ती नर्मदा नदी के नाल नाल 7 किलोमीटर तक चलती है ਅਤੇ खंभात की खाड़ी विच डिगदी है। मिंडोला, गिरना, पंजारा, पूर्णा, सिपरा, अरुणावती आदि इस दीयां प्रमुख सहायक नदियां हैं। यह है बेटा साबरमती नदी, इसका नाम दो नदियां साबर और हाथमती दे सुमेल तो बनया है। ये दोनों नदियां जिथे मिलती हैं इसका नाम साबरमती पै जाता है। उदयपुर जिले की अरावली पहाड़ी श्रृंखला विच ढेबर लेक तो इसकी शुरुआत होंदी है। नर्मदा ते तापी की तरह यह भी खंभात की खाड़ी विच अरब सागर विच ही जाके मिल डिगदी है। इसकी लंबाई 371 किलोमीटर है। इसदियां सहायक नदियां खब्बे पासे वकाल, हरनाव, हाथीमती ਅਤੇ ਵਾਤਰਕ ਹਨ ਤੇ ਸੱਜੇ ਪਾਸੇ ਮੁੱਖ ਨਦੀ ਜਿਹੜੀ ਸੇ ਹੈ ਉਹ ਇਸ ਦੀ ਸਹਾਇਕ ਨਦੀ ਹੈ। ਸੇ ਦੀ ਸਪੈਲਿੰਗ ਬੇਟਾ SEI ਹਨ। ਇਹ ਜਿਹੜੀ ਮਾਹੀ ਨਦੀ ਹੈ ਮੱਧ ਪ੍ਰਦੇਸ਼ ਵਿੱਚ ਨਿਕਲਦੀ ਹੈ ਤੇ ਰਾਜਸਥਾਨ ਦੇ ਦੱਖਣੀ ਪਾਸੇ ਵਾਗੜ ਰੀਜਨ ਹੈ, ਖੇਤਰ ਵਾਗੜ ਦਾ, ਉੱਥੋਂ ਨਿਕਲਦੀ ਹੋਈ ਹੈ ਗੁਜਰਾਤ ਵਿੱਚ ਵਹਿੰਦੀ ਹੈ। ਇਸ ਦੀ ਲੰਬਾਈ 580 ਕਿਲੋਮੀਟਰ ਹੈ। ਇਹ ਲੂਣੀ ਨਦੀ ਹੈ ਜਿਹੜੀ ਰਾਜਸਥਾਨ ਵਿੱਚ ਹੈ। ਇਹ ਅਜਮੇਰ ਦੇ ਨੇੜੇ ਅਰਾਵਲੀ ਸ਼੍ਰਿੰਖਲਾ ਵਿੱਚ ਪੁਸ਼ਕਰ ਘਾਟੀ ਤੋਂ ਸ਼ੁਰੂ ਹੁੰਦੀ ਹੈ ਅਤੇ ਥਾਰ ਮਾਰੂਥਲ ਦੇ ਦੱਖਣ ਪੂਰਬੀ ਹਿੱਸੇ ਵਿੱਚੋਂ ਲੰਘਦੀ ਹੈ ਤੇ 495 ਕਿਲੋਮੀਟਰ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਇਹ ਰਨ ਆਫ ਕੱਛ ਦੇ ਦਲਦਲੀ ਜ਼ਮੀਨ ਵਿੱਚੋਂ ਭਾਗ ਵਿੱਚੋਂ ਲੰਘਦੀ ਹੈ। ਪਹਿਲਾਂ ਇਸ ਨੂੰ ਸਾਗਰਮਤੀ ਨਾਂ ਨਾਲ ਜਾਣਿਆ ਜਾਂਦਾ ਸੀ। ਫਿਰ ਗੋਬਿੰਦਗੜ੍ਹ ਪਾਸ ਕਰਨ ਤੋਂ ਬਾਅਦ ਇਹ ਆਪਣੀ ਸਹਾਇਕ ਨਦੀ ਸਰਸਵਤੀ ਨਾਲ ਮਿਲ ਜਾਂਦੀ ਹੈ ਅਤੇ ਫਿਰ ਇਹ ਪੁਸ਼ਕਰ ਝੀਲ ਤੋਂ ਸ਼ੁਰੂ ਹੁੰਦੀ ਹੈ ਅਤੇ ਇੱਥੋਂ ਇਹ ਆਪਣਾ ਨਾਮ ਲੂਣੀ ਹਾਸਲ ਕਰਦੀ ਹੈ। ਹਿਮਾਲਿਆ ਦੀਆਂ ਨਦੀਆਂ ਅਤੇ ਪ੍ਰਾਇਦੀਪੀ ਨਦੀਆਂ ਦਾ ਅੰਤਰ ਜਾਣਨ ਤੋਂ ਪਹਿਲਾਂ ਆਪਾਂ ਇੱਕ ਛੋਟੀ ਜਿਹੀ ਰਿਵੀਜ਼ਨ ਕਰ ਲਈਏ ਕਿ ਪ੍ਰਾਇਦੀਪੀ ਨਦੀ ਪ੍ਰਵਾਹ ਵਿੱਚ ਪੂਰਬ ਵੱਲ ਜਿਹੜੀਆਂ ਨਦੀਆਂ ਵਹਿੰਦੀਆਂ ਉਹਨਾਂ ਦੇ ਨਾਂ ਹਨ ਮਹਾਨਦੀ, ਸੁਬਰਨੇਖਾ, ਗੋਦਾਵਰੀ, ਕ੍ਰਿਸ਼ਨਾ ਅਤੇ ਕਾਵੇਰੀ। ਇਹ ਸਾਰੀਆਂ ਬੰਗਾਲ ਦੀ ਖਾੜੀ ਵੱਲ ਵਹਿੰਦੀਆਂ ਹਨ ਅਤੇ ਪੱਛਮ ਵੱਲ ਵਹਿਣ ਵਾਲੀਆਂ ਨਦੀਆਂ ਇਸ ਦੀਆਂ ਹਨ ਸਾਬਰਮਤੀ, ਨਰਮਦਾ, ਤਾਪਤੀ ਜਾਂ ਤਾਪੀ, ਲੂਣੀ ਅਤੇ ਮਾਹੀ। ਇਹ ਅਰਬ ਸਾਗਰ ਵਿੱਚ ਜਾਂਦੀਆਂ ਹਨ ਜਾਂ ਉਸ ਦਿਸ਼ਾ ਵੱਲ ਵਹਿੰਦੀਆਂ ਹਨ। ਆਓ ਬੇਟਾ ਹੁਣ ਆਪਾਂ ਹਿਮਾਲਿਆ ਦੀਆਂ ਨਦੀਆਂ ਅਤੇ ਪ੍ਰਾਇਦੀਪੀ ਨਦੀਆਂ ਦੇ ਅੰਤਰ ਬਾਰੇ ਜਾਣੀਏ। ਜਿਹੜੀਆਂ ਹਿਮਾਲਿਆ ਦੀਆਂ ਨਦੀਆਂ ਹਨ ਉਹ ਹਿਮਾਲਿਆ ਦੇ ਪਹਾੜਾਂ ਵਿੱਚੋਂ ਨਿਕਲਦੀਆਂ। ਜਿਹੜੀਆਂ ਪ੍ਰਾਇਦੀਪੀ ਨਦੀਆਂ ਉਹ ਪ੍ਰਾਇਦੀਪੀ ਪਠਾਰ ਦੀਆਂ ਪਹਾੜੀਆਂ ਦੀਆਂ ਲੜੀਆਂ 'ਚੋਂ ਨਿਕਲਦੀਆਂ ਹਨ। ਹਿਮਾਲਿਆ ਦੀਆਂ ਨਦੀਆਂ ਦੇ ਜਲ ਤੰਤਰ ਵੱਡੇ ਹਨ ਜਦਕਿ ਪ੍ਰਾਇਦੀਪੀ ਨਦੀਆਂ ਦੇ ਜਲ ਤੰਤਰ ਛੋਟੇ ਹਨ। ਹਿਮਾਲਿਆ ਦੀਆਂ ਨਦੀਆਂ ਸਾਰਾ ਸਾਲ ਪਾਣੀ ਨਾਲ ਭਰੀਆਂ ਰਹਿੰਦੀਆਂ ਹਨ ਜਦਕਿ ਪ੍ਰਾਇਦੀਪੀ ਨਦੀਆਂ ਮੌਸਮੀ ਨਦੀਆਂ ਹਨ। ਇਹਨਾਂ ਵਿੱਚ ਪਾਣੀ ਆਮ ਤੌਰ 'ਤੇ ਵਰਖਾ ਰੁੱਤ ਵਿੱਚ ਆਉਂਦਾ ਹੈ। ਹਿਮਾਲਿਆ ਦੀਆਂ ਨਦੀਆਂ ਗਹਿਰੀਆਂ ਖੱਡਾਂ ਵਿੱਚ ਵਹਿੰਦੀਆਂ ਹਨ ਜਿਨ੍ਹਾਂ ਨੂੰ ਗੋਰਜਸ ਕਹਿੰਦੇ ਹੈ। ਪ੍ਰਾਇਦੀਪੀ ਨਦੀਆਂ ਤੰਗ ਅਤੇ ਸੌੜੀਆਂ ਦਰਾੜ ਘਾਟੀਆਂ ਵਿੱਚ ਵਹਿੰਦੀਆਂ ਹਨ। ਹਿਮਾਲਿਆ ਦੀਆਂ ਨਦੀਆਂ ਆਪਣੀ ਜਵਾਨ ਅਵਸਥਾ ਵਿੱਚ ਹਨ ਜਦਕਿ ਪ੍ਰਾਇਦੀਪੀ ਨਦੀਆਂ ਬੁੱਢੀ ਅਵਸਥਾ ਯਾਨੀ ਮੈਚਿਓਰ ਸਟੇਜ ਵਿੱਚ ਹਨ। ਹਿਮਾਲਿਆ ਦੀਆਂ ਨਦੀਆਂ ਡੈਲਟੇ ਬਣਾਉਂਦੀਆਂ। ਗੰਗਾ ਬ੍ਰਹਮਪੁੱਤਰ ਡੈਲਟਾ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ। ਨਾਮ ਤੁਹਾਨੂੰ ਪਤਾ ਹੀ ਹੈ, ਸੁੰਦਰਬਨ ਡੈਲਟਾ ਹੈ। ਅਤੇ ਪ੍ਰਾਇਦੀਪੀ ਨਦੀਆਂ ਜਿਵੇਂ ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਇਹ ਡੈਲਟਾ ਬਣਾਉਂਦੀਆਂ ਹਨ। ਨਰਮਦਾ ਅਤੇ ਤਾਪੀ ਨਦੀਆਂ ਐਸਚੁਰੀ ਬਣਾਉਂਦੀਆਂ ਹਨ। ਆਪਾਂ ਬੇਟਾ ਹਿਮਾਲਿਆ ਦੇ ਜਲ ਤੰਤਰ ਅਤੇ ਪ੍ਰਾਇਦੀਪੀ ਜਲ ਤੰਤਰ ਬਾਰੇ ਪੜ੍ਹਿਆ ਹੈ। ਹੁਣ ਉਸ ਤੋਂ ਅੱਗੇ ਆਪਾਂ ਅੰਦਰੂਨੀ ਨਦੀ ਤੰਤਰ ਯਾਨੀ ਇਨਲੈਂਡ ਡਰੇਨੇਜ ਬਾਰੇ ਪੜ੍ਹਾਂਗੇ। ਭਾਰਤ ਦੀਆਂ ਕੁਝ ਨਦੀਆਂ ਸਮੁੰਦਰ ਤੱਕ ਨਹੀਂ ਪਹੁੰਚਦੀਆਂ ਅਤੇ ਰਸਤੇ ਵਿੱਚ ਹੀ ਵਿਲੀਨ ਹੋ ਜਾਂਦੀਆਂ, ਅਲੋਪ ਹੋ ਜਾਂਦੀਆਂ। 465 ਕਿਲੋਮੀਟਰ ਲੰਬੀ
ਘੱਗਰ ਨਦੀ ਇਸ ਦੀ ਸਭ ਤੋਂ ਮਹੱਤਵਪੂਰਨ ਉਦਾਹਰਨ ਹੈ। ਇਸੇ ਤਰ੍ਹਾਂ ਹੁਣੇ ਆਪਾਂ ਜ਼ਿਕਰ ਕੀਤਾ ਸੀ ਲੂਣੀ ਨਦੀ ਦਾ, ਜਿਹੜੀ ਰਾਜਸਥਾਨ ਵਿੱਚ ਵਗਦੀ ਹੈ, ਇਹ ਵੀ ਕਿਸੇ ਸਾਗਰ ਵਿੱਚ ਨਹੀਂ ਡਿੱਗਦੀ। ਅਤੇ ਲਦਾਖ ਵਿੱਚ ਵਗਣ ਵਾਲੀਆਂ ਨਦੀਆਂ ਵੀ ਇਸ ਦੀ ਉਦਾਹਰਨ ਹਨ। ਝੀਲਾਂ ਵੀ ਬੇਟਾ ਭਾਰਤ ਦੇ ਜਲ ਤੰਤਰ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਭਾਰਤ ਦੀਆਂ ਪ੍ਰਮੁੱਖ ਝੀਲਾਂ ਵਿੱਚ ਅਸ਼ਟਾਮੁਦੀ, ਭੀਮਤਾਲ, ਚੰਦਰਤਾਲ, ਚਿਲਕਾ, ਡੱਲ, ਦੇਬਾਰ, ਹਿਮਾਇਤ ਸਾਗਰ, ਹੁਸੈਨ ਸਾਗਰ, ਕਾਲੀ ਵੇਲੀ, ਖਜਿਆਰ, ਕੋਲੈਰੋ, ਲੋਕਟਕ, ਉਸਮਾਨ ਸਾਗਰ, ਪੈਂਗੋਂਗ ਸੋ, ਇਹਦਾ ਚਾਈਨਾ ਨਾਲ ਆਪਣਾ ਬਹੁਤ ਰੇੜਕਾ ਰਿਹਾ ਹੈ, ਪੁਲੀਕਟ, ਪੁਸ਼ਕਰ, ਰੇਨੂਕਾ, ਰੂਪਕੁੰਡ, ਸਾਂਭਰ, ਸ਼ਸ਼ਟਮਕੋਟਾ, ਸਤਤਾਲ, ਸੂਰਜਤਾਲ, ਵੈਬਾਨੰਦ ਤੇ ਵੁੱਲਰ ਆਦਿ ਪ੍ਰਮੁੱਖ ਹਨ। ਝੀਲਾਂ ਦਾ ਪਾਣੀ ਵਰਖਾ ਤੋਂ ਜਾਂ ਗਲੇਸ਼ੀਅਰ ਦੀ ਬਰਫ਼ ਪਿਘਲਣ ਨਾਲ ਮਿਲਦਾ ਹੈ। ਜੰਮੂ ਕਸ਼ਮੀਰ ਵਿੱਚ ਡੱਲ ਤੇ ਵੁੱਲਰ ਝੀਲ ਸਰਦੀਆਂ ਵਿੱਚ ਠੰਡ ਨਾਲ ਜੰਮ ਜਾਂਦੀਆਂ ਹਨ। ਕਈ ਝੀਲਾਂ ਬੇਟਾ ਮਨੁੱਖ ਦੁਆਰਾ ਵੀ ਬਣਾਈਆਂ ਜਾਂਦੀਆਂ ਹਨ, ਜਿਵੇਂ ਭਾਖੜਾ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ, ਰਾਜਸਥਾਨ ਵਿੱਚ ਸਾਂਭਰ ਝੀਲ ਇੱਕ ਖਾਰੇ ਪਾਣੀ ਦੀ ਝੀਲ ਹੈ। ਸੈਰ ਸਪਾਟੇ ਦੇ ਲਿਹਾਜ਼ ਨਾਲ ਵੀ ਇਹ ਝੀਲਾਂ ਬਹੁਤ ਮਹੱਤਵਪੂਰਨ ਹਨ। ਆਹ ਯਾਦ ਰੱਖਿਓ, ਗੋਬਿੰਦ ਸਾਗਰ ਝੀਲ ਜਿਹੜੀ ਹੈ ਭਾਖੜਾ ਡੈਮ ਦੇ ਪਿੱਛੇ ਮਾਨਵ ਨਿਰਮਿਤ ਝੀਲ ਹੈ। ਤੱਟੀ ਜਾਂ ਤਟਵਰਤੀ ਨਦੀਆਂ ਭਾਰਤ ਦੇ ਸਮੁੰਦਰਾਂ, ਅਰਬ ਸਾਗਰ, ਬੰਗਾਲ ਦੀ ਖਾੜੀ ਅਤੇ ਹਿੰਦ ਮਹਾਸਾਗਰ ਦੇ ਨਾਲ ਲੱਗਦੇ ਤੱਟੀ ਖੇਤਰਾਂ ਵਿੱਚ ਵਗਦੀਆਂ ਹਨ। ਇਹ ਨਦੀਆਂ ਥੋੜ੍ਹੇ ਸਮੇਂ ਲਈ ਵਹਿੰਦੀਆਂ ਅਤੇ ਘੱਟ ਲੰਮੀਆਂ ਹੁੰਦੀਆਂ ਹਨ। ਇਹਨਾਂ ਨਦੀਆਂ ਵਿੱਚ ਪਾਣੀ ਵਰਖਾ ਰੁੱਤ ਵਿੱਚ ਹੀ ਜ਼ਿਆਦਾ ਹੁੰਦਾ ਹੈ। ਮਹਾਰਾਸ਼ਟਰ ਵਿੱਚ ਵੇਲੂਮਾ, ਪਾਲਾਰ, ਗੋਆ ਵਿੱਚ ਮਾਂਡੋਵੀ, ਛਾਪੋਰਾ, ਕਰਨਾਟਕ ਵਿੱਚ ਨੇਤਰਾਵਤੀ, ਕਾਲੀ ਨਦੀ, ਸ਼ੇਰਾਵਤੀ, ਕੁਮਾਰਧਾਰ, ਕੇਰਲ ਵਿੱਚ ਪੇਰੀਆਰ, ਪੋਨਾਨੀ, ਪੱਛਮੀ ਬੰਗਾਲ ਵਿੱਚ ਸੁਬਰਨੇਖਾ, ਖਾਰਕਾਈ, ਤਮਿਲਨਾਡੂ ਵਿੱਚ ਪਲਾਰ, ਵੇਗਈ, ਵਸ਼ਿਸ਼ਟ, ਸ਼ਵੇਤਾ, ਵੇਲੀਆਰ ਆਦਿ ਪ੍ਰਮੁੱਖ ਤਟੀ ਨਦੀਆਂ ਹਨ। ਬੇਟਾ ਉਸ ਤੋਂ ਅੱਗੇ ਗੱਲ ਹੁੰਦੀ ਹੈ ਕਿ ਇਹ ਨਦੀਆਂ ਜਾਂ ਦਰਿਆ ਭਾਰਤੀ ਆਰਥਿਕਤਾ ਵਿੱਚ ਕੀ ਭੂਮਿਕਾ ਨਿਭਾਉਂਦੇ ਹਨ। ਸੰਸਾਰ ਦੀਆਂ ਸਭ ਤੋਂ ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਇੱਕ ਸਿੰਧ ਘਾਟੀ ਦੀ ਸੱਭਿਅਤਾ ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਕੰਢੇ ਹੀ ਪ੍ਰਫੁੱਲਿਤ ਹੋਈ ਸੀ। ਪਾਣੀ ਨੇ ਸੰਸਾਰ ਦੀਆਂ ਸੱਭਿਅਤਾਵਾਂ ਨੂੰ ਜਨਮ ਦਿੱਤਾ ਹੈ। ਲੋਕ ਪਾਣੀ ਮਿਲਣ ਵਾਲੇ ਸਥਾਨਾਂ ਉੱਤੇ ਹੀ ਪੱਕੇ ਤੌਰ 'ਤੇ ਵੱਸਦੇ ਹਨ, ਨਾ ਮਿਲਣ 'ਤੇ ਉਜੜ ਵੀ ਜਾਂਦੇ ਹਨ। ਲੋਕ ਗੀਤ, ਕਹਾਣੀਆਂ, ਲੋਕ ਨਾਚ ਪਾਣੀ 'ਤੇ ਆਧਾਰਿਤ ਰਹੇ ਹਨ। ਇਸੇ ਤਰ੍ਹਾਂ ਭਾਰਤ ਦੀਆਂ ਨਦੀਆਂ ਵੀ ਭਾਰਤੀ ਆਰਥਿਕਤਾ ਦੇ ਪ੍ਰਾਣ ਹਨ। ਪਾਣੀ ਸਭ ਤੋਂ ਮਹੱਤਵਪੂਰਨ ਕੁਦਰਤੀ ਸੋਮਾ ਹੈ। ਇਹ ਸਾਡੀ ਜ਼ਿੰਦਗੀ ਨਾਲ ਹਰ ਪੱਖੋਂ ਹੀ ਜੁੜਿਆ ਹੋਇਆ ਹੈ। ਜਿਉਣ ਲਈ, ਖੇਤੀਬਾੜੀ ਵਿੱਚ, ਸਿੰਜਾਈ ਲਈ, ਉਦਯੋਗਾਂ ਵਿੱਚ, ਘਰਾਂ ਵਿੱਚ, ਹਰ ਜਗ੍ਹਾ ਪਾਣੀ ਦੀ ਲੋੜ ਪੈਂਦੀ ਹੈ। ਭਾਰਤੀ ਨਦੀਆਂ ਦੇ ਉਸਾਰੇ ਪਣ ਬਿਜਲੀ ਘਰ ਭਾਰਤ ਦੇ ਕਾਰਖਾਨਿਆਂ ਨੂੰ ਚਲਾ ਰਹੇ ਹਨ। ਸਾਡੇ ਘਰ ਬਿਜਲੀ ਨਾਲ ਰੋਸ਼ਨ ਹਨ। ਅੰਦਰੂਨੀ ਜਲ ਮਾਰਗੀ ਆਵਾਜਾਈ ਵੀ ਭਾਰਤੀ ਆਰਥਿਕਤਾ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇੱਕ ਹੋਰ ਜ਼ਰੂਰੀ ਵਿਸ਼ਾ ਟੱਚ ਕਰ ਲਈਏ ਬੇਟਾ, ਉਹ ਹੈ ਪ੍ਰਦੂਸ਼ਣ। ਨਦੀਆਂ ਵਿੱਚ ਪ੍ਰਦੂਸ਼ਣ ਅਤੇ ਇਸ ਦੀ ਰੋਕਥਾਮ ਲਈ ਕੀ ਕੀ ਕਦਮ ਚੱਕੇ ਜਾ ਰਹੇ ਹੈ। ਭਾਰਤ ਦੀਆਂ ਜ਼ਿਆਦਾਤਰ ਨਦੀਆਂ ਦਾ ਜਾਲ ਮਨੁੱਖੀ ਦੁਰਵਰਤੋਂ ਕਾਰਨ ਸਵੱਛ ਢੰਗਾਂ ਨਾਲ ਵਰਣਨ ਦੇ ਯੋਗ ਨਹੀਂ ਰਿਹਾ। ਗੰਗਾ ਕੀ ਇਸ ਦੇ ਨਾਲ ਨਾਲ ਕਈ ਵੱਡੀਆਂ ਛੋਟੀਆਂ ਨਦੀਆਂ ਵਿੱਚ ਵੀ ਪ੍ਰਦੂਸ਼ਣ ਦੀ ਮਾਤਰਾ ਖਤਰੇ ਦੀ ਹੱਦ ਤੋਂ ਕਿਤੇ ਜ਼ਿਆਦਾ ਵੱਧ ਗਈ ਹੈ। ਨਦੀਆਂ ਦੇ ਸਾਫ਼ ਪਾਣੀ ਵਿੱਚ ਸੀਵਰੇਜ, ਕੀਟਨਾਸ਼ਕ, ਨਦੀਨਨਾਸ਼ਕ, ਉੱਲੀਨਾਸ਼ਕ ਰਲੇ ਹੋਏ ਹਨ, ਜੋ ਕਿ ਖੇਤੀਬਾੜੀ ਵਿੱਚ ਅੰਨ੍ਹੇਵਾਹ ਵਰਤੋਂ ਕਾਰਨ ਮੀਂਹ ਦੇ ਪਾਣੀ ਨਾਲ ਵਹਿ ਕੇ ਨਾਲਿਆਂ ਅਤੇ ਫਿਰ ਨਦੀਆਂ ਵਿੱਚ ਪਹੁੰਚ ਜਾਂਦੇ ਹਨ। ਇਸੇ ਤਰ੍ਹਾਂ ਉਦਯੋਗਾਂ ਵਿੱਚ ਨਿਕਲੇ ਜ਼ਹਿਰੀਲੇ ਪਦਾਰਥ ਜਿਵੇਂ ਆਰਸੈਨਿਕ, ਕੋਡਮੀਅਮ, ਤਾਂਬਾ, ਸਿੱਕਾ, ਮੈਗਨੀਸ਼ੀਅਮ, ਪਾਰਾ, ਨਿਕਲ, ਜ਼ਿੰਕ ਆਦਿ ਮਨੁੱਖ ਨੂੰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੇ ਹਨ। ਇਹਨਾਂ ਜ਼ਹਿਰਾਂ ਨਾਲ ਸਾਡੇ ਦਿਮਾਗੀ ਅਤੇ ਸੂਝ ਸ਼ਕਤੀ
यानी जो साडा नर्वस सिस्टम है, फिर जिगर, गुरदे, पेट, अंतड़ियाँ, दिल आदि नुकसाने जा रहे हैं। इन्हां प्रदूषित पदार्थां नाल ना सिर्फ मनुख सगों जल विचले जीव, जानवर, पंछी भी मर रहे हैं। बहुत वड्डी समस्या है ना बेटा। ਹੁਣ ਲਾਸਟ ਵਿੱਚ ਆਪਾਂ ਗੱਲ ਕਰੀਏ ਕਿ ਇਸ ਪ੍ਰਦੂਸ਼ਣ ਨੂੰ ਰੋਕਥਾਮ ਲਈ ਸਰਕਾਰਾਂ ਕੀ ਕਰ ਰਹੀਆਂ, ਆਪਾਂ ਨੂੰ ਕੀ ਕਰਨਾ ਚਾਹੀਦਾ ਹੈ। ਨਦੀਆਂ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰਾਂ ਤਾਂ ਸਮੇਂ-ਸਮੇਂ 'ਤੇ ਕਦਮ ਚੁੱਕਦੀਆਂ ਹਨ, ਸਗੋਂ ਮਨੁੱਖ ਨੂੰ ਆਪ ਜਾਗਰੂਕ ਹੋ ਕੇ ਇਸ ਪਾਸੇ ਕੰਮ ਕਰਨੇ ਵੀ ਜ਼ਰੂਰੀ ਹਨ। ਅਪ੍ਰੈਲ 1986 ਵਿੱਚ ਗੰਗਾ ਐਕਸ਼ਨ ਪਲਾਨ ਬਣਾਇਆ ਗਿਆ ਸੀ ਅਤੇ ਇਸ ਨੂੰ ਜਾਰੀ ਰੱਖਦੇ ਹੋਏ 2009 ਵਿੱਚ ਤਤਕਾਲੀਨ ਸਰਕਾਰ ਨੇ ਨੈਸ਼ਨਲ ਗੰਗਾ ਬੇਸਿਨ ਅਥਾਰਟੀ ਦਾ ਨਿਰਮਾਣ ਕੀਤਾ ਸੀ। ਸੰਨ 2015 ਵਿੱਚ ਕੇਂਦਰ ਸਰਕਾਰ ਨੇ ਗੰਗਾ ਨਦੀ ਨੂੰ ਸਾਫ਼ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਹਨ ਅਤੇ ਇਸ ਯੋਜਨਾ ਵਿੱਚ ਪੰਜਾਬ ਦੇ ਸਤਲੁਜ ਦਰਿਆ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਰਕਾਰ ਦੇ ਯਤਨਾਂ ਦੇ ਨਾਲ ਨਾਲ ਆਮ ਮਨੁੱਖ ਨੂੰ ਵੀ ਆਪਣੇ ਪਾਣੀ ਦੇ ਸਰੋਤਾਂ ਨੂੰ ਸਾਂਭ ਕੇ ਰੱਖਣ, ਖਾਦਾਂ, ਕੀਟਨਾਸ਼ਕਾਂ ਦੀ ਵਰਤੋਂ ਸੰਜਮ ਨਾ ਕਰਨ ਅਤੇ ਨਦੀਆਂ ਨੂੰ ਬਚਾਉਣ ਲਈ ਪਿੰਡ ਪੱਧਰ 'ਤੇ ਉਪਰਾਲੇ ਕਰਨੇ ਜ਼ਰੂਰੀ ਹਨ। ਨਦੀਆਂ ਵਿੱਚ ਕੋਈ ਵੀ ਰਸਾਇਣ, ਘਰੇਲੂ ਸੀਵਰੇਜ, ਉਦਯੋਗਾਂ ਤੋਂ ਨਿਕਲੇ ਗੰਦੇ ਪਾਣੀ ਨੂੰ ਸੁੱਟਣ ਤੋਂ ਪਹਿਲਾਂ ਉਸ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਕੱਢਣ ਲਈ ਵਾਟਰ ਟਰੀਟਮੈਂਟ ਪਲਾਂਟ ਲਗਾਉਣੇ ਕਾਨੂੰਨੀ ਪੱਧਰ 'ਤੇ ਜ਼ਰੂਰੀ ਕਰਨ ਅਤੇ ਵਾਤਾਵਰਨ ਬਚਾਉਣ ਲਈ ਬਣੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਕੇ ਹੀ ਅਸੀਂ ਆਪਣੇ ਕੀਮਤੀ ਸਰੋਤ ਪਾਣੀ ਦੀ ਸੰਭਾਲ ਕਰ ਸਕਦੇ ਹਾਂ। ਸੰਸਾਰ ਦਾ ਤਾਪਮਾਨ ਵਧਣ ਕਾਰਨ ਵੱਡੀਆਂ ਨਦੀਆਂ ਵਿੱਚ ਪਾਣੀ ਦੇ ਪੱਧਰ ਵਿੱਚ ਬਹੁਤ ਕਮੀ ਆਈ ਹੈ। ਚੀਨ ਦੀ ਪੀਲੀ ਨਦੀ, ਜਿਹਨੂੰ ਯੈਲੋ ਰਿਵਰ ਕਹਿੰਦੇ ਆ, ਗੰਗਾ, ਅਮਰੀਕਾ ਵਿੱਚ ਕੋਲੋਰਾਡੋ ਆਦਿ ਸਭ ਸੁੱਕ ਰਹੀਆਂ, ਯਾਨੀ ਇਹਨਾਂ ਦਾ ਵਹਿਣ ਖੇਤਰ ਘਟਦਾ ਜਾ ਰਿਹਾ ਹੈ। ਸੋ ਅੱਜ ਸਮੁੱਚੇ ਵਿਸ਼ਵ ਪੱਧਰ 'ਤੇ ਵਿਗਿਆਨਕਾਂ, ਬੁੱਧੀਜੀਵੀਆਂ ਅਤੇ ਸਰਕਾਰਾਂ ਨੂੰ ਨਦੀਆਂ 'ਤੇ ਹੇਠਲੇ ਪਾਣੀ ਨੂੰ, ਜਿਹੜਾ ਧਰਤੀ ਦੇ ਹੇਠਲਾ ਪਾਣੀ ਹੈ, ਇਹਨਾਂ ਨੂੰ ਬਚਾਉਣ ਲਈ ਹੰਭਲੇ ਮਾਰਨੇ ਪੈਣਗੇ। ਹੁਣ ਬੇਟਾ ਇਸ ਦੀ ਬਹੁਤ ਲੋੜ ਹੈ। ਲਾਸਟ ਵਿੱਚ ਇੱਕ ਹੋਰ ਰਿਕੁਐਸਟ ਹੈ ਬੇਟਾ ਕਿ ਛੋਟੇ ਛੋਟੇ ਪੁਆਇੰਟ ਜਿਹੜੇ ਆ ਉਹਨਾਂ ਦੇ ਨੋਟਸ ਬਣਾਉਂਦੇ ਜਾਓ, ਇਹਨਾਂ ਨੂੰ ਨਜ਼ਰਸਾਨੀ ਮਾਰਦੇ ਜਾਓ, ਨਜ਼ਰਸਾਨੀ ਕਰਦੇ ਜਾਓ, ਧਿਆਨ ਵਿੱਚ ਲਿਆਉਂਦੇ ਜਾਓ। ਐ ਨਾ ਹੋਵੇ ਵੀ ਇੱਕ ਵਾਰੀ ਸੁਣਿਆ, ਪੜ੍ਹਿਆ, ਦੇਖਿਆ ਅਤੇ ਛੱਡਤਾ। ਹਫ਼ਤੇ 2 ਹਫ਼ਤੇ ਬਾਅਦ ਇਸ ਦੀ ਦੁਹਰਾਈ ਜ਼ਰੂਰੀ ਹੈ ਤਾਂ ਕਿ ਜਦੋਂ ਤੁਹਾਡਾ NTSC ਦਾ ਐਗਜ਼ਾਮ ਹੋਵੇ ਤੁਸੀਂ ਵਧੀਆ ਅੰਕ ਲੈ ਕੇ ਪਾਸ ਹੋਵੋ ਅਤੇ ਉਸ ਵਿੱਚ ਆਪਣਾ ਵਜ਼ੀਫਾ ਹਾਸਲ ਕਰ ਸਕੋ, ਵਜ਼ੀਫਾ ਜਿੱਤ ਸਕੋ। ਥੈਂਕ ਯੂ ਬੇਟਾ। ਛੇਤੀ ਹੀ ਆਪਾਂ ਅਗਲਾ ਲੈਸਨ ਲੈ ਕੇ ਮਿਲਾਂਗੇ। ਉਦੋਂ ਤੱਕ ਧੰਨਵਾਦ। ਬਾਏ ਬਾਏ।